विद्यार्थियों प्यार भरी सत श्री अकाल। ਆਪਾਂ ਰਾਜਸਥਾਨ ਅਜਮੇਰ ਬੋਰਡ ਵਿੱਚ ਜੋ 10ਵੀਂ ਜਮਾਤ ਨੂੰ ਪੰਜਾਬੀ ਦੀ ਪਾਠ ਪੁਸਤਕ ਲੱਗਦੀ ਹੈ ਸਾਹਿਤ ਸੁਗੰਧੀਆਂ, ਉਹਦੇ ਬਾਰੇ ਪੜ੍ਹ ਰਹੇ ਸੀ। ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਜੋ ਆਪਣਾ 12ਵਾਂ ਲੈਸਨ ਚੱਲ ਰਿਹਾ ਹੈ ਸ਼ਿਵ ਕੁਮਾਰ ਬਟਾਲਵੀ, ਉਸ ਦੀ ਆਪਾਂ ਕਵਿਤਾ ਪੜ੍ਹੀ ਸੀ ਰੁੱਖ। ਇਸ ਵੀਡੀਓ ਦੇ ਵਿੱਚ ਜੋ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਸ਼ਿਵ ਕੁਮਾਰ ਬਟਾਲਵੀ ਜੀ ਦੀ ਦੂਸਰੀ ਕਵਿਤਾ ਹੈ। ਕਵਿਤਾ ਦਾ ਨਾਮ ਹੈ ਤੈਨੂੰ ਦਿਆਂ ਹੰਝੂਆਂ ਦਾ ਪਾੜਾ। ਤੈਨੂੰ ਦਿਆਂ ਹੰਝੂਆਂ ਦਾ ਪਾੜਾ ਇਸ ਕਵਿਤਾ ਦਾ ਨਾਮ ਹੈ। ਇਹਦੇ ਵਿੱਚ ਦੋ ਸ਼ਬਦ ਆਏ ਹੈ। ਪਹਿਲਾ ਹੈ ਹੰਝੂ। ਹੰਝੂ ਕਹਿੰਦੇ ਹੈ ਆਪਣੇ ਆਂਸੂਆਂ ਨੂੰ ਜੋ ਰੋਣ 'ਤੇ ਆਉਂਦੇ ਹੈ। ਉਦੋਂ ਅੱਗੇ ਸ਼ਬਦ ਹੈ ਪਾੜਾ, ਤਾਂ ਪਾੜਾ ਕਿਹਾ ਜਾਂਦਾ ਹੈ ਕਿਰਾਏ ਨੂੰ। ਇਸ ਕਵਿਤਾ ਦੀ ਵਿਆਖਿਆ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਕਿ ਜੋ ਸ਼ਿਵ ਕੁਮਾਰ ਬਟਾਲਵੀ ਸੀ, ਇਹਨਾਂ ਨੇ ਮਤਲਬ ਦਰਦ ਭਰੀਆਂ ਵਿਛੋੜੇ ਵਾਲੀਆਂ ਕਵਿਤਾਵਾਂ ਬਹੁਤ ਸਾਰੀਆਂ ਰਚੀਆਂ ਸੀ, ਕਿਉਂਕਿ ਜੋ ਇਹਨਾਂ ਦੀ ਪਤਨੀ ਸੀ ਉਹ ਇਹਨਾਂ ਨੂੰ ਜਲਦੀ ਹੀ ਛੱਡ ਕੇ ਮਤਲਬ ਸਵਰਗਵਾਸੀ ਹੋ ਗਈ ਸੀ ਜਾਂ ਰੱਬ ਨੂੰ ਪਿਆਰੀ ਹੋ ਗਈ ਸੀ। ਤਾਂ ਉਹਨਾਂ ਦੀ ਮੌਤ ਤੋਂ ਮਗਰੋਂ ਉਹਨਾਂ ਦੇ ਵਿਛੋੜੇ ਵਿੱਚ ਇਹਨੇ ਕਈ ਕਵਿਤਾਵਾਂ ਲਿਖੀਆਂ। ਉਹਨਾਂ ਵਿੱਚੋਂ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਇਹ ਵੀ ਇੱਕ ਕਵਿਤਾ ਜੋ ਕਿ ਵਿਛੋੜੇ ਨਾਲ ਸੰਬੰਧਿਤ ਹੈ। ਇਸ ਕਵਿਤਾ ਦੇ ਵਿੱਚ ਜੋ ਸ਼ਿਵ ਕੁਮਾਰ ਬਟਾਲਵੀ ਹੈ ਆਪਣੀ ਕਿਸਮਤ ਕੋਲੋਂ, ਆਪਣੀ ਹੋਣੀ ਕੋਲੋਂ ਮੌਤ ਦੀ ਮੰਗ ਕਰਦਾ ਹੈ। ਸ਼ਿਵ ਕੁਮਾਰ ਬਟਾਲਵੀ ਖੁਦ ਮਰਨਾ ਚਾਹੁੰਦਾ ਹੈ, ਆਪਣੀ ਕਿਸਮਤ ਨੂੰ ਕਹਿ ਰਿਹਾ ਕਿ ਮੈਨੂੰ ਮੌਤ ਦੇ ਦੇ, ਕਿਉਂਕਿ ਉਹ ਆਪਣੀ ਪਤਨੀ ਦੇ ਕੋਲ ਜਾਣਾ ਚਾਹੁੰਦਾ ਹੈ। ਠੀਕ ਹੈ, ਇਸ ਕਰਕੇ ਵਿਛੋੜੇ ਭਰੀ ਕਵਿਤਾ ਹੈ। ਇਸ ਕਵਿਤਾ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸਮਤ ਕਿਸ ਨੂੰ ਮੰਨਿਆ ਹੈ? ਇੱਕ ਭੱਠੀ ਵਾਲੀ ਨੂੰ। ਭੱਠੀ ਵਾਲੀ ਸ਼ਬਦ ਦੀ ਮੈਂ ਥੋੜ੍ਹੀ ਜਿਹੀ ਹੋਰ ਵਿਆਖਿਆ ਕਰ ਦੇਵਾਂ ਕਵਿਤਾ ਦੀ ਵਿਆਖਿਆ ਕਰਨ ਤੋਂ ਪਹਿਲਾਂ, ਕਿ ਅੱਜ ਤੋਂ ਕਾਫੀ ਚਿਰ ਪਹਿਲਾਂ ਆਪਾਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ 2 ਜਾਂ 3 ਔਰਤਾਂ ਇਹੋ ਜਿਹੀਆਂ ਹੁੰਦੀਆਂ ਸੀ ਜੋ ਕਿ ਜਿਨ੍ਹਾਂ ਨੂੰ ਭੱਠੀ ਵਾਲੀਆਂ ਕਿਹਾ ਜਾਂਦਾ ਸੀਗਾ। ਉਹਨਾਂ ਨੇ ਆਪਣੇ ਘਰ ਵਿੱਚ ਇੱਕ ਭੱਠੀ ਲਾਈ ਹੁੰਦੀ ਸੀ, ਜੋ ਪਿੰਡ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਉਹ ਜੋ ਆਪਣੇ ਛੋਲਿਆਂ ਦੇ ਦਾਣੇ ਹੁੰਦੇ ਆ ਜਾਂ ਕਣਕ ਦੇ ਦਾਣੇ ਹੁੰਦੇ ਆ ਭੁੰਨ ਕੇ ਦਿੰਦੀਆਂ ਹੁੰਦੀਆਂ ਸੀ। ਤਾਂ ਬੱਚੇ ਬੜੇ ਚਾਅ ਨਾਲ ਇਹਨਾਂ ਕੋਲ ਦਾਣੇ ਲੈ ਕੇ ਜਾਂਦੇ ਸੀ, ਉਹਨਾਂ ਕੋਲੋਂ ਬਣਾ ਕੇ ਲਿਆਉਂਦੇ ਸੀ ਅਤੇ ਫਿਰ ਉਹ ਭੁੰਨੇ ਹੋਏ ਦਾਣਿਆਂ ਨੂੰ ਖਾਂਦੇ ਸੀ। ਤਾਂ ਇਸ ਕਵਿਤਾ ਵਿੱਚ ਵੀ ਸ਼ਿਵ ਕੁਮਾਰ ਬਟਾਲਵੀ ਨੇ ਇੱਕ ਭੱਠੀ ਵਾਲੀ ਨੂੰ ਆਪਣੀ ਹੋਣੀ ਜਾਂ ਕਿਸਮਤ ਮੰਨਦੇ ਹੋਏ ਉਸ ਕੋਲੋਂ ਮੌਤ ਦੀ ਮੰਗ ਕਰ ਰਿਹਾ ਹੈ। ਕੀ ਕਰਦਾ ਹੈ ਅੱਗੇ ਆਪਾਂ ਵਿਆਖਿਆ ਜਦੋਂ ਕਵਿਤਾ ਦੀ ਕਰਦੇ ਹਾਂ ਇਹਦੇ ਵਿੱਚ ਵਿਸਤਾਰ ਨਾਲ ਪੜ੍ਹਦੇ ਹਾਂ। ਤਾਂ ਇਹਦੀ ਪਹਿਲੀ ਲਾਈਨ ਵਿੱਚ ਕੀ ਲਿਖਿਆ ਹੈ? ਕਵੀ ਕਹਿੰਦਾ ਹੈ ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਪੁੰਨ ਦੇ ਭੱਠੀ ਵਾਲੀਏ। ਯਾਨੀ ਕਿ ਮੈਂ ਤੈਨੂੰ ਆਪਣੇ ਹੰਝੂ ਕਿਰਾਏ ਦੇ ਰੂਪ ਵਿੱਚ ਦੇ ਰਿਹਾ ਹਾਂ, ਤੂੰ ਮੇਰੇ ਦੁੱਖਾਂ ਨੂੰ ਹੋਰ ਜ਼ਿਆਦਾ ਤੇਜ਼ ਕਰ ਦੇ। ਨੀ ਪੀੜਾਂ ਦਾ ਪਰਾਗਾ ਪੁੰਨ ਦੇ, ਇਸ ਲਾਈਨ ਦਾ ਮਤਲਬ ਹੈ ਕਿ ਮੇਰੇ ਦੁੱਖਾਂ ਨੂੰ ਹੋਰ ਜ਼ਿਆਦਾ ਤੇਜ਼ ਕਰ ਦੇ ਭੱਠੀ ਵਾਲੀਏ। ਭੱਠੀ ਵਾਲੀ ਉਹ ਆਪਣੀ ਕਿਸਮਤ ਨੂੰ ਕਹਿ ਰਿਹਾ ਹੈ ਕਿ ਮੈਂ ਤੈਨੂੰ ਆਪਣੇ ਹੰਝੂ ਕਿਰਾਏ ਦੇ ਰੂਪ ਵਿੱਚ ਦੇ ਰਿਹਾ ਹਾਂ, ਤੂੰ ਮੇਰੇ ਦੁੱਖਾਂ ਨੂੰ ਹੋਰ ਜ਼ਿਆਦਾ ਤੇਜ਼ ਕਰ ਦੇ ਭੱਠੀ ਵਾਲੀਏ। ਭੱਠੀ ਵਾਲੀਏ ਚੰਬੇ ਦੀਏ ਡਾਲੀਏ। ਠੀਕ ਹੈ, ਭੱਠੀ ਵਾਲੀਏ ਚੰਬੇ ਦੀਏ ਡਾਲੀਏ। ਚੰਬੇ ਦੀਏ ਡਾਲੀਏ ਦਾ ਮਤਲਬ ਹੈ ਤੂੰ ਬਹੁਤ ਸੋਹਣੀ ਹੈ, ਕਿ ਹੇ ਭੱਠੀ ਵਾਲੀਏ ਤੂੰ ਬਹੁਤ ਸੋਹਣੀ ਹੈ। ਨੀ ਦੁੱਖਾਂ ਦਾ ਪਰਾਗਾ ਪੁੰਨ ਦੇ, ਯਾਨੀ ਕਿ ਮੇਰੇ ਦੁੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦੇ ਭੱਠੀ ਵਾਲੀਏ। ਇਸ ਪੂਰੇ ਦੇ ਪੂਰੇ ਪਹਿਰੇ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਇਹ ਕਹਿ ਰਿਹਾ ਹੈ ਕਿ ਹੇ ਭੱਠੀ ਵਾਲੀਏ ਤੂੰ ਮੇਰੇ ਪੀੜਾਂ ਦਾ ਪਰਾਗਾ ਪੁੰਨ ਦੇ, ਅਰਥਾਤ ਮੇਰੇ ਦੁੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦੇ ਭੱਠੀ ਵਾਲੀਏ, ਜਾਂ ਮੇਰੀ ਕਿਸਮਤ ਤੂੰ ਬਹੁਤ ਹੀ ਜ਼ਿਆਦਾ ਸੋਹਣੀ ਹੈ, ਮੇਰੇ ਦੁੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦੇ ਤਾਂ ਕਿ ਮੈਂ ਜਲਦੀ ਹੀ ਮਰ ਜਾਵਾਂ। ਉਸ ਤੋਂ ਅਗਲੇ ਪਹਿਰੇ ਵਿੱਚ ਸ਼ਿਵ ਕੁਮਾਰ ਬਟਾਲਵੀ ਕੀ ਕਹਿ ਰਿਹਾ? ਹੋ ਗਿਆ ਕੁਵੇਲਾ ਮੈਨੂੰ, ਢਲ ਗਈਆਂ ਛਾਵਾਂ ਨੀ। ਕੁਵੇਲਾ ਦਾ ਮਤਲਬ ਹੈ ਕਿ ਮੈਂ ਬਹੁਤ ਲੇਟ ਹੋ ਗਿਆ, ਯਾਨੀ ਕਿ ਮੈਨੂੰ ਬਹੁਤ ਦੇਰ ਹੋ ਗਈ। ਢਲ ਗਈਆਂ ਛਾਵਾਂ ਨੇ। ਠੀਕ ਹੈ, ਕਿ ਸੂਰਜ ਵੀ ਛਿਪ ਗਿਆ ਹੈ, ਛਾਵਾਂ ਢਲ ਗਈਆਂ ਹੈ, ਮੈਨੂੰ ਬਹੁਤ ਜ਼ਿਆਦਾ ਕਵੇਲਾ ਹੋ ਗਿਆ ਹੈ, ਬਹੁਤ ਜ਼ਿਆਦਾ ਦੇਰ ਹੋ ਗਈ ਹੈ। ਉਸ ਤੋਂ ਅੱਗੇ ਕਹਿੰਦਾ ਹੈ ਬੇਲਿਆਂ 'ਚੋਂ ਮੁੜ ਆਈਆਂ ਮੱਝੀਆਂ ਅਤੇ ਗਾਵਾਂ ਨੇ। ਬੇਲਿਆਂ 'ਚੋਂ, ਬੇਲੇ ਕਿਸ ਨੂੰ ਕਿਹਾ ਜਾਂਦਾ ਹੈ? ਜੋ ਜੰਗਲ ਦੇ ਕਿਨਾਰੇ, ਜੰਗਲ ਦੇ ਵਿੱਚ ਨਦੀ ਦੇ ਕਿਨਾਰੇ ਜੋ ਜਗ੍ਹਾ ਹੁੰਦੀ ਜਿੱਥੇ ਪਸ਼ੂ ਚਰਦੇ ਹੁੰਦੇ ਹੈ ਉਹਨੂੰ ਬੇਲਾ ਕਿਹਾ ਜਾਂਦਾ ਹੈ। ਮੁੜ ਆਈਆਂ ਮਤਲਬ ਵਾਪਿਸ ਆ ਗਈਆਂ ਹੈ। ਮੱਝੀਆਂ ਦਾ ਮਤਲਬ ਮੱਝਾਂ, ਭੈਂਸ ਨੂੰ ਕਿਹਾ ਹੈ। ਗਾਵਾਂ ਦਾ ਮਤਲਬ ਗਾਂ। ਕਿ ਬੇਲਿਆਂ ਦੇ ਵਿੱਚੋਂ, ਜਿੱਥੇ ਪਸ਼ੂ ਚਰਦੇ ਆ, ਕਿ ਬੇਲਿਆਂ ਵਿੱਚੋਂ ਮੱਝਾਂ ਅਤੇ ਗਾਵਾਂ ਵੀ ਚਰ ਕੇ ਵਾਪਿਸ ਆ ਗਈਆਂ ਹੈ। ਠੀਕ ਹੈ, ਇੱਕ ਵਾਰ ਫਿਰ ਇਸ ਪਹਿਰੇ ਦੀ ਵਿਆਖਿਆ ਦੇਖੋ। ਕਵੀ ਕਹਿੰਦਾ ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਵਾਂ ਨੇ, ਕਿ ਮੈਨੂੰ ਬਹੁਤ ਜ਼ਿਆਦਾ ਦੇਰ ਹੋ ਗਈ ਹੈ, ਸੂਰਜ ਵੀ ਛਿਪ ਚੱਲਿਆ, ਛਾਵਾਂ ਢਲ ਗਈਆਂ ਹੈ। ਬੇਲਿਆਂ 'ਚੋਂ ਮੁੜ ਆਈਆਂ ਮੱਝੀਆਂ ਅਤੇ ਗਾਵਾਂ ਨੇ, ਕਿ ਬੇਲਿਆਂ ਦੇ ਵਿੱਚੋਂ ਮੱਝਾਂ ਅਤੇ ਗਾਵਾਂ ਵੀ ਚਰ ਕੇ ਵਾਪਿਸ ਆਪਣੇ ਘਰਾਂ ਨੂੰ ਆ ਗਈਆਂ ਹੈ। ਅਗਲੇ ਪਹਿਰੇ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਕੀ ਕਹਿੰਦਾ ਹੈ ਕਿ ਪਾਇਆ ਚਿੜੀਆਂ ਨੇ ਚੀਕ ਚਿਹਾੜਾ। ਕੀ ਕਹਿ ਰਿਹਾ ਸ਼ਿਵ ਕੁਮਾਰ ਬਟਾਲਵੀ?
ਪਾਇਆ ਚਿੜੀਆਂ ਨੇ ਚੀਕ ਚਿਹਾੜਾ, ਨੀ ਪੀੜਾਂ ਦਾ ਪਰਾਗਾ ਪੁੰਨਦੇ ਪੱਠੀ ਵਾਲੀਏ। चिड़िया ने चीक चिहाड़े का मतलब है कि चिड़ियाँ भी बहुत ज़्यादा चहचहा रही हैं, क्योंकि शाम के टाइम जो पंछी होंगे चिड़ियाँ कां ये वापस अपने घर आते हुए बहुत ज़्यादा चहचहाते हैं खुशी में कि अपने घर वापस आ रहे हैं। इन्हों का उदाहरण देंदे हुए कवि कह रहा है कि चिड़िया ने भी बहुत ज़्यादा चीक चिहाड़ा पा रखा है, मेरे पीड़ां दा परागा पुनदे अर्थात मेरे दुखों को तेज कर दे पट्ठी वालीए। तैनू दें हंझुआं दा पहाड़ा, नी पीड़ां दा परागा पुनदे पट्ठी वालीए। कि मैं तेनों अपने हंझू किराए के रूप में दे रहा हाँ, तू मेरे दुखों को बहुत ज़्यादा तेज कर दे पट्ठी वालीए, ताकि मैं जल्दी ही मर जावां। उस तो अगले पैरे में शिव कुमार बटालवी जी की कह रहा है। शिव कुमार बटालवी कहता है कि छेती छेती करी मैं तो जाना बड़ी दूर नहीं। छेती छेती का मतलब है जल्दी जल्दी, कि तू जल्दी जल्दी मेरे दाणियां नूं भुन के दे, मैं तो बहुत दूर जाना है। दाणियां नूं भुनण का अर्थात कि मेरे दुखों को जल्दी जल्दी तेज कर दे। जिथे मेरे हाणियां दा टुर गया पूरनी। हाणी उसने किनू क्या, अपनी पत्नी नूं, कि जल्दी जल्दी कर मैं बहुत दूर जाना है, जिथे मेरी पत्नी चली गई है मैं उत्थे जाना चाहुंदा हाँ। टुर गया का मतलब चला गया है, कि जल्दी जल्दी कर मैं बहुत दूर जाना है, जिथे मेरी पत्नी या मेरी हाणी चली गई है मैं उत्थे जाना है। उस तो अगले पैरे में शिव कुमार बटालवी की कहता है कि उस पिंड दा सुनींदे राह माड़ा, कि जेड़े पिंड मैं जाना चाहुंदा है उस पिंड दा सुनीदा है राह बहुत माड़ा है। पिंड कहते हैं गांव नूं, राह का मतलब है रास्ता, कि जेड़े पिंड मैं जाना चाहुंदा उस पिंड का रास्ता बहुत माड़ा है। अर्थात शिव कुमार बटालवी कित्थे जाना चाहुंदा है, वो मरना चाहुंदा है, यानी कि मौत का रास्ता बहुत माड़ा है। वो कहता जेड़े पिंड मैं जाना चाहुंदा है मौत कोले, उस पिंड का राह बहुत माड़ा है। नी पीड़ां दा परागा पुनदे पट्ठी वालीए, कि मेरे दुखों को बहुत ज़्यादा तेज कर दे पट्ठी वालीए, या मेरी किस्मत मेरे दुखों को बहुत ज़्यादा तेज कर दे। तैनू दें हंझुआं दा पहाड़ा, तैनू मैं अपने हंझू किराए के रूप में दे रहा हाँ, नी दुखों का परागा पुन दे, कि मेरे दुखों को बहुत ज़्यादा तेज कर दे ताकि मैं जल्दी ही मर जावां। उस तो अगे शिव कुमार बटालवी की कह रहा है कि मेरी वारी पत्तियां दी पंड सिल्ली हो गई। ठीक है, पत्ते का भाव है रुखां दे पत्ते, दरख्तों के जो पत्ते नहीं होंगे पत्तियां, क्योंकि जो पट्ठी वाली जो दाने भुनदी होंदी है तो रुखां के पत्ते वगैरह सुके हुए ये पट्ठी दे विच पाउंदी रहिंदी है, अग मचदी रहिंदी है तो दाने भुन भुन के बच्चों को दिंदी रहिंदी है। तो उन्होंने पत्तियां का कह रहा कि मेरी वारी पत्तियां की पंड सिल्ली हो गई। पंड कहते गठरी नूं, सिल्ली का मतलब है कि गिले हो जाना। वो कहता कि मेरी वारी तेरे जो पत्तियां की गठरी है ये गिले क्यों हो गए, पत्ते ये मच क्यों नहीं रहे। मिट्टी की कढ़ाई, मिट्टी की कढ़ाई तेरी कानू पिल्ली हो गई। ठीक है, कि जी तेरी मिट्टी की कढ़ाई है, कढ़ाई एक बर्तन होंदा है तुम सारे जानते ही हो, कानू पिल्ली हो गई, पिल्ली का मतलब कमज़ोर, कि जी तेरी मिट्टी की कढ़ाई है इन्नी कमज़ोर क्यों हो गई, और मेरी वारी जेडे तेरे पत्ते सी ये भी क्यों गिले हो गए, तू मेरे छोलियां नूं या मेरे दाणियां नूं जल्दी जल्दी भुन क्यों नहीं रही, अर्थात तू मेरे दुखों नूं तेज क्यों नहीं कर रही, मैं जल्दी जल्दी मरना चाहुंदा हाँ। उस तो अगे कवि शिव कुमार बटालवी की कहता है कि तेरे सेक नूं की वजया दुगाड़ा, तेरे सेक नूं की वजया दुगाड़ा। सेक का मतलब गर्मी जो अग मचन तो बाद पट्ठी विच आउंदी है, दुगाड़े का मतलब दुनाली नूं कहंदे आ, बंदूक नूं कहंदे आ। कि तेरे सेक नूं की हो गया है, ये मेरे दाणियां नूं जल्दी जल्दी क्यों नहीं भुन रहा, अर्थात तू मैनू मेरे दुखों को जल्दी जल्दी तेज क्यों नहीं कर रही। नी पीड़ां दा परागा पुन दे, कि हे पट्ठी वालीए मेरे दुखों को तेज कर दे ताकि मैं जल्दी मर जावां। तैनू दें हंझुआं दा पाड़ा, नी पीड़ां दा परागा पुन दे, कि मैं तैनू अपने हंझू किराए के रूप में दे रहा हाँ, मेरे दुखों को जल्दी तेज कर दे ताकि मैं मर जावां। उस तो अगले पैरे विच की कहंदा शिव कुमार बटालवी कि लप कुए चुंग मेरी मैनू पहला टोरनी। की कहंदा शिव कुमार, लपकू है चुंग मेरी मैनू पहला टोर नहीं। टोर का मतलब भेज दे, लपकू का मतलब थोड़े जे, कि जो मेरे जड़े मतलब दाने हैं ये बिल्कुल थोड़े जे है, जल्दी जल्दी मैनू इत्थों तोर दे। कच्चे कच्चे रखना नहीं राड़ थोड़े होर नहीं। ठीक है, राड़ का मतलब है कि इन्हों चंगी तरह भुन दे, अर्थात मेरे दुखों को तू कच्चे कच्चे ना रख, मेरे दुखों को एकदम बहुत ज़्यादा तेज कर दे ताकि मैं जल्दी ही मर जावां। करा मिन्नतां मुका दे नहीं पवाड़ा,
ਕਰਾਂ ਮਿੰਨਤਾਂ ਮੁਕਾ ਦੇ ਨੀ ਪਵਾੜਾ, ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਕਿ ਮੈਂ ਤੇਰੀਆਂ ਮਿੰਨਤਾਂ ਕੱਢ ਰਿਹਾ, ਤਰਲੇ ਕੱਢ ਰਿਹਾ ਹਾਂ ਕਿ ਤੂੰ ਮੇਰਾ ਪੁਆੜਾ ਮੁਕਾ ਦੇ, ਮੈਂ ਮਰਨਾ ਚਾਹੁੰਦਾ ਹਾਂ, ਮੇਰੇ ਦੁੱਖਾਂ ਨੂੰ ਜਲਦੀ ਜਲਦੀ ਤੇਜ਼ ਕਰ ਦੇ ਪੱਠੀ ਵਾਲੀਏ, ਮੇਰੀ ਕਿਸਮਤ ਮੇਰੇ ਦੁੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦੇ ਤਾਂ ਕਿ ਮੈਂ ਮਰ ਜਾਵਾਂ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਦੁੱਖਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਕਿ ਮੈਂ ਤੈਨੂੰ ਆਪਣੇ ਹੰਝੂ ਕਿਰਾਏ ਦੇ ਰੂਪ ਵਿੱਚ ਦੇ ਰਿਹਾ ਹਾਂ, ਤੂੰ ਮੇਰੇ ਦੁੱਖਾਂ ਨੂੰ ਜਲਦੀ ਜਲਦੀ ਤੇਜ਼ ਕਰ ਦੇ ਤਾਂ ਕਿ ਮੈਂ ਮਰ ਜਾਵਾਂ। ਉਸ ਤੋਂ ਅਗਲੇ ਪੈਰੇ ਵਿੱਚ ਕਵੀ ਕੀ ਕਹਿੰਦਾ ਹੈ, ਸੋ ਗਈਆਂ ਹਵਾਵਾਂ ਰੋ ਰੋ ਕਰ ਵਿਰਲਾਪ ਨੀ। ਕਿ ਮੇਰੇ ਦੁੱਖਾਂ ਨੂੰ ਵੇਖ ਕੇ ਜਿਹੜੀਆਂ ਹਵਾਵਾਂ ਹੈ, ਹਵਾਵਾਂ ਵੀ ਸੋ ਗਈਆਂ ਹੈ। ਹਵਾ ਵੀ ਮੇਰੇ ਦੁੱਖਾਂ ਨੂੰ ਵੇਖ ਕੇ ਸੋ ਗਈ ਹੈ ਵਿਰਲਾਪ ਕਰਕੇ। ਵਿਰਲਾਪ ਦਾ ਮਤਲਬ ਹੁੰਦਾ ਰੋਣਾ, ਬੁਰੀ ਤਰ੍ਹਾਂ ਰੋਣਾ। ਠੀਕ ਹੈ, ਕਿ ਹਵਾਵਾਂ ਵੀ ਰੋ ਰੋ ਕੇ ਵਿਰਲਾਪ ਕਰਕੇ ਸੋ ਗਈਆਂ ਹੈ। ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨੀ। ਮੱਠਾ ਮੱਠਾ ਦਾ ਮਤਲਬ ਹਲਕਾ ਹਲਕਾ। ਠੀਕ ਹੈ, ਮੱਠਾ ਮੱਠਾ ਦਾ ਮਤਲਬ ਹਲਕਾ ਹਲਕਾ, ਤਾਪ ਦਾ ਮਤਲਬ ਗਰਮੀ। ਕਿ ਜਿਹੜੇ ਤਾਰੇ ਹੈ ਇਹਨਾਂ ਵਿੱਚ ਵੀ ਜੋ ਕਿ ਬਹੁਤ ਠੰਡੇ ਹੁੰਦੇ ਹੈ, ਇਹ ਵੀ ਹਲਕੇ ਹਲਕੇ ਗਰਮ ਹੋ ਗਏ, ਇਹਨਾਂ ਨੂੰ ਵੀ ਹਲਕਾ ਹਲਕਾ ਤਾਪ ਚੜ੍ਹ ਗਿਆ ਹੈ। ਉਸ ਤੋਂ ਅਗਲੇ ਪੈਰੇ ਵਿੱਚ ਕਹਿੰਦਾ ਹੈ, ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ। ਕੀ ਕਹਿੰਦਾ ਹੈ, ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ। ਜੰਝ ਕਹਿੰਦੇ ਆ ਬਰਾਤ ਨੂੰ, ਸਾਹ ਦਾ ਮਤਲਬ ਜੋ ਆਪਾਂ ਨੂੰ ਸਾਹ ਆਉਂਦੇ ਜਾਂਦੇ ਹੈ। ਲਾੜਾ ਕਹਿੰਦੇ ਆ ਪ੍ਰਾਹੁਣੇ ਨੂੰ। ਕਿ ਜੋ ਮੇਰੇ ਸਾਹ ਹੈ, ਜੋ ਮੇਰੇ ਸਾਹਾਂ ਦੀ ਬਰਾਤ ਹੈ, ਉਹਨਾਂ ਦਾ ਲਾੜਾ ਵੀ ਰੁੱਸ ਗਿਆ। ਲਾੜਾ ਪ੍ਰਾਹੁਣੇ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿ ਮੇਰੇ ਸਾਹਾਂ ਦੀ ਬਰਾਤ ਦਾ ਜੋ ਪ੍ਰਾਹੁਣਾ ਹੈ ਉਹ ਵੀ ਰੁੱਸ ਗਿਆ ਹੈ। ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਕਿ ਮੇਰੇ ਦੁੱਖਾਂ ਨੂੰ ਤੇਜ਼ ਕਰਦੇ ਜਲਦੀ ਹੀ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਤੈਨੂੰ ਮੈਂ ਆਪਣੇ ਹੰਝੂ ਕਿਰਾਏ ਦੇ ਰੂਪ ਵਿੱਚ ਦੇ ਰਿਹਾ ਹਾਂ। ਨੀ ਦੁੱਖਾਂ ਦਾ ਪਰਾਗਾ ਪੁੰਨ ਦੇ, ਮੇਰੇ ਦੁੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦੇ ਤਾਂ ਕਿ ਮੈਂ ਮਰ ਜਾਵਾਂ। ਠੀਕ ਹੈ ਜੀ, ਤਾਂ ਕੁੱਲ ਮਿਲਾ ਕੇ ਇਹ ਕਵਿਤਾ ਹੈ ਜੋ ਇੱਕ ਦਰਦ ਭਰੀ ਕਵਿਤਾ ਹੈ। ਸ਼ਿਵ ਕੁਮਾਰ ਜੋ ਬਟਾਲਵੀ ਜੀ ਹੈ, ਉਸਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸਦੇ ਵਿਛੋੜੇ 'ਤੇ ਲਿਖੀ ਸੀਗੀ। ਸ਼ਿਵ ਕੁਮਾਰ ਬਟਾਲਵੀ ਇੱਕ ਭੱਠੀ ਵਾਲੀ ਦਾ ਉਦਾਹਰਣ ਦਿੰਦੇ ਹੋਏ, ਉਹਨੂੰ ਆਪਣੀ ਕਿਸਮਤ ਮੰਨਦੇ ਹੋਏ ਉਹਦੇ ਕੋਲੋਂ ਮੌਤ ਦੀ ਮੰਗ ਕਰ ਰਿਹਾ ਹੈ। ਉਹ ਮਰਨਾ ਚਾਹੁੰਦਾ ਹੈ ਕਿ ਮੇਰੇ ਦੁੱਖਾਂ ਨੂੰ ਜਲਦੀ ਹੀ ਤੇਜ਼ ਕਰ ਤਾਂ ਕਿ ਮੈਂ ਜਲਦੀ ਮਰ ਕੇ ਆਪਣੀ ਪਤਨੀ ਦੇ ਕੋਲ ਪਹੁੰਚ ਜਾਵਾਂ। ਇਹ ਵਿਛੋੜੇ ਭਰੀ ਕਵਿਤਾ ਸੀ। ਉਸ ਤੋਂ ਅੱਗੇ ਹੈ ਇਸ ਦੇ ਪ੍ਰਸ਼ਨ ਉੱਤਰ। ਤਾਂ ਆਪਾਂ ਪ੍ਰਸ਼ਨ ਉੱਤਰਾਂ ਦੀ ਗੱਲ ਕਰ ਦਈਏ। ਪ੍ਰਸ਼ਨ ਉੱਤਰਾਂ ਵਿੱਚ ਕੀ ਲਿਖਿਆ ਗਿਆ ਕਿ ਹੇਠ ਲਿਖੇ ਕਾਵਿ ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਠੀਕ ਹੈ, ਜਿਵੇਂ ਆਪਾਂ ਇੱਕ ਦੀ ਕਰ ਲੈਂਦੇ ਹਾਂ, ਪਹਿਲਾਂ ਆਪਾਂ ਇਸ ਦੀ ਕਰ ਲੈਂਦੇ ਹਾਂ। ਇਹਦੇ ਵਿੱਚ ਪਹਿਲਾਂ ਆਪਾਂ ਇਸ ਦਾ ਪ੍ਰਸੰਗ ਕਰਾਂਗੇ। ਠੀਕ ਹੈ, ਪਹਿਲਾਂ ਆਪਾਂ ਇਸ ਦਾ ਪ੍ਰਸੰਗ ਕਰਾਂਗੇ। ਆਪਾਂ ਪ੍ਰਸੰਗ ਲਿਖ ਕੇ, ਜਿਵੇਂ ਆ ਲਿਖ ਲਿਆ ਪ੍ਰਸੰਗ। ਠੀਕ ਹੈ, ਪ੍ਰਸੰਗ ਲਿਖ ਕੇ ਉਸ ਤੋਂ ਅੱਗੇ ਆਪਾਂ 2 ਪੁਆਇੰਟ ਲਾ ਕੇ ਅੱਗੇ ਲਿਖਣਾ ਸਟਾਰਟ ਕਰ ਦਿਆਂਗੇ। ਕੀ ਲਿਖਾਂਗੇ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦਾ ਨਾਮ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਹੈ। ਇਸ ਕਵਿਤਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਹੈ। ਇਸ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਆਪਣੀ ਕਿਸਮਤ ਕੋਲੋਂ ਮੌਤ ਦੀ ਮੰਗ ਕਰ ਰਹੇ ਹੈ। ਇਹ ਇਸ ਦਾ ਪ੍ਰਸੰਗ ਹੈ। ਇੱਕ ਗੱਲ ਹੋਰ ਯਾਦ ਰੱਖਿਓ, ਕਵਿਤਾ ਦਾ ਨਾਮ, ਕਿਤਾਬ ਦਾ ਨਾਮ ਅਤੇ ਕਵੀ ਦਾ ਨਾਮ ਇਹ ਕੋਮਿਆਂ ਦੇ ਵਿੱਚ ਬੰਦ ਕਰਨਾ ਹੈ। ਠੀਕ ਹੈ, ਜਿਵੇਂ ਕਿ ਕਵੀ ਦਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ। ਠੀਕ ਹੈ, ਜਿਵੇਂ ਸ਼ਿਵ ਕੁਮਾਰ ਬਟਾਲਵੀ ਤੁਸੀਂ ਪੂਰਾ ਨਾਮ ਲਿਖਤਾ, ਉਵੇਂ ਕਵਿਤਾ ਦਾ ਨਾਮ, ਕਿਤਾਬ ਦਾ ਨਾਮ, ਇਹ 2 ਕੋਮਿਆਂ ਦੇ ਵਿੱਚ ਬੰਦ ਕਰਨਾ ਹੈ। ਠੀਕ ਹੈ, ਉਸ ਤੋਂ ਅੱਗੇ ਆਪਾਂ ਇਹਦੀ ਵਿਆਖਿਆ ਕਰਾਂਗੇ। ਵਿਆਖਿਆ ਦੇ ਵਿੱਚ ਤੁਸੀਂ ਉਹੀ ਚੀਜ਼ ਲਿਖ ਦਿਓਗੇ ਕਿ ਇਹਦੇ ਵਿੱਚ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਆਪਣੀ ਕਿਸਮਤ ਕੋਲੋਂ ਮੌਤ ਦੀ ਮੰਗ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਜੋ ਹਵਾਵਾਂ ਹੈ ਉਹ ਵੀ ਰੋ ਰੋ ਕੇ ਵਿਰਲਾਪ ਕਰਕੇ ਹਵਾਵਾਂ ਵੀ ਸੋ ਗਈਆਂ ਹੈ। ਤਾਰਿਆਂ ਨੂੰ ਵੀ ਮੱਠਾ ਮੱਠਾ ਤਾਪ ਚੜ੍ਹ ਗਿਆ, ਹਲਕੇ ਹਲਕੇ ਠੰਡੇ ਹੋ ਗਏ ਹੈ। ਮੇਰੇ ਸਾਵਾਂ ਦੀ ਜੰਨ ਦਾ ਲਾੜਾ ਵੀ ਰੁੱਸ ਗਿਆ ਹੈ, ਮੇਰੇ ਦੁੱਖਾਂ ਨੂੰ ਤੇਜ਼ ਕਰਦੇ ਪੱਠੀ ਵਾਲੀਏ ਤਾਂ ਕਿ ਮੈਂ ਜਲਦੀ ਹੀ ਮਰ ਜਾਵਾਂ। ਜੋ ਵੀ ਉਹ ਕਹਿਣਾ ਚਾਹੁੰਦਾ ਹੈ। ਠੀਕ ਹੈ, ਉਸ ਦੀ ਵਿਆਖਿਆ ਕਰ ਦੋਗੇ। ਉਵੇਂ ਹੀ ਅੱਗੇ ਹੈ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ। ਉਵੇਂ ਹੀ ਇਸ ਦੀ ਵਿਆਖਿਆ ਪਹਿਲਾਂ ਪ੍ਰਸੰਗ ਕਰੋਗੇ ਫਿਰ ਵਿਆਖਿਆ ਕਰੋਗੇ। ਉਸ ਤੋਂ ਅੱਗੇ ਪ੍ਰਸ਼ਨ ਕੀ ਹੈ, ਰੁੱਖ ਕਵਿਤਾ ਦਾ ਕੇਂਦਰੀ ਭਾਵ ਲਿਖੋ। ਤਾਂ ਕੇਂਦਰੀ ਭਾਵ ਦਾ ਮਤਲਬ ਉਸ ਕਵਿਤਾ ਨੂੰ ਸੰਖੇਪ 'ਚ ਲਿਖਣਾ ਹੈ। ਤੁਸੀਂ ਇਹਦੇ ਵਿੱਚ ਲਿਖ ਦਿਓਗੇ ਕਿ ਰੁੱਖ ਕਵਿਤਾ ਵਿੱਚ ਕਵੀ ਸ਼ਿਵ ਕੁਮਾਰ ਬਟਾਲਵੀ ਰੁੱਖਾਂ ਦੀ ਵਡਿਆਈ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਰੁੱਖ ਉਸ ਨੂੰ ਬਹੁਤ ਚੰਗੇ ਲੱਗਦੇ ਆ, ਕੁਝ ਉਸ ਨੂੰ ਉਸਦੀ ਮਾਵਾਂ ਦੀ ਤਰ੍ਹਾਂ ਲੱਗਦੇ ਆ, ਕੁਝ ਉਸ ਨੂੰ ਉਸਦੇ ਪੁੱਤਾਂ ਦੀ ਤਰ੍ਹਾਂ ਲੱਗਦੇ ਹੈ, ਕੁਝ ਉਸ ਨੂੰ ਉਸਦੇ ਦੋਸਤਾਂ ਦੀ ਤਰ੍ਹਾਂ ਲੱਗਦੇ ਹੈ। ਇੱਕ ਰੁੱਖ ਉਸ ਨੂੰ ਉਸਦੀ ਪ੍ਰੇਮਿਕਾ ਦੀ ਤਰ੍ਹਾਂ ਵੀ ਲੱਗਦਾ ਹੈ ਔਰ ਇੱਕ ਰੁੱਖ ਉਸ ਨੂੰ ਉਹਦੀ ਦਾਦੀ ਵਰਗਾ ਵੀ ਲੱਗਦਾ ਹੈ ਜੋ ਕਾਵਾਂ ਨੂੰ ਚੂਰੀ ਪਾ ਰਿਹਾ ਹੈ। ਕਵੀ ਸ਼ਿਵ ਕੁਮਾਰ ਬਟਾਲਵੀ ਖੁਦ ਵੀ ਰੁੱਖ ਬਣਨਾ ਚਾਹੁੰਦਾ ਹੈ ਕਿ ਮੈਂ ਰੁੱਖ ਬਣ ਕੇ ਗਾਣਾ ਗਾਉਣਾ ਚਾਹੁੰਦਾ ਹਾਂ। ਉਹਨੇ ਕੁੱਲ ਮਿਲਾ ਕੇ ਇਸ ਕਵਿਤਾ ਵਿੱਚ ਰੁੱਖਾਂ ਦੀ ਵਡਿਆਈ ਕੀਤੀ ਹੈ। ਠੀਕ ਹੈ ਜੀ, ਉਸ ਤੋਂ ਆਪਾਂ ਅੱਗੇ ਗੱਲ ਕਰੀਏ ਤਾਂ ਅੱਗੇ ਜੋ ਪ੍ਰਸ਼ਨ ਹੈ ਇਹਦੇ ਵਿੱਚ ਕੀ ਹੈ, ਤੈਨੂੰ ਦਿਆਂ ਹੰਝੂਆਂ ਦਾ ਪਾੜਾ ਕਵਿਤਾ ਦਾ ਸਾਰ ਲਿਖੋ। ਤੈਨੂੰ ਦਿਆਂ ਹੰਝੂਆਂ ਦਾ ਪਾੜਾ ਕਵਿਤਾ ਦਾ ਸਾਰ। ਤਾਂ ਉਹਦੀ ਤੁਸੀਂ ਸਾਰੇ ਦੀ ਸਾਰੀ ਵਿਆਖਿਆ ਸੁਣੀ ਹੈ, ਉਹ ਵਿਆਖਿਆ ਨੂੰ ਉਵੇਂ ਦੀ ਉਵੇਂ ਉਤਾਰ ਦਿਓਗੇ
ਕਿ ਇਹਦੇ ਵਿੱਚ ਕਵੀ ਸ਼ਿਵ ਕੁਮਾਰ ਬਟਾਲਵੀ ਮੌਤ ਦੀ ਮੰਗ ਕਰ ਰਿਹਾ। ਉਹ ਆਪਣੀ ਕਿਸਮਤ ਨੂੰ ਕਹਿੰਦਾ ਹੈ ਕਿ ਮੈਂ ਮਰਨਾ ਚਾਹੁੰਦਾ ਹਾਂ, ਮੇਰੇ ਦੁੱਖਾਂ ਨੂੰ ਤੇਜ਼ ਕਰ ਦੇ। ਠੀਕ ਹੈ ਜੀ। ਉਸ ਤੋਂ ਅੱਗੇ ਜੋ ਚੌਥਾ ਪ੍ਰਸ਼ਨ ਹੈ ਉਹਦੇ ਵਿੱਚ ਕੀ ਹੈ ਕਿ ਰੁੱਖ ਕਵਿਤਾ ਵਿੱਚ ਕਵੀ ਨੇ ਕਿਹੜੇ ਕਿਹੜੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਤਾਂ ਜਿਹੜੇ ਜਿਹੜੇ ਰਿਸ਼ਤੇ ਆਏ ਹੈ, ਪੁੱਤ, ਧੀਆਂ, ਮਾਪੇ, ਦਾਦੀ, ਦਾਦਾ, ਜਿਹੜੇ ਜਿਹੜੇ ਰਿਸ਼ਤੇ ਆਏ ਹੈ, ਦੋਸਤ, ਪ੍ਰੇਮਿਕਾ, ਉਹ ਸਾਰੇ ਰਿਸ਼ਤਿਆਂ ਦੇ ਬਾਰੇ ਦੱਸ ਦੇਣਾ ਹੈ ਕਿ ਉਹਨੇ ਕੀ ਵਿਚਾਰ ਪੇਸ਼ ਕੀਤੇ ਹੈ। ਕਿ ਉਹ ਐਂ ਕਹਿ ਰਿਹਾ ਜਿਹੜੇ ਰੁੱਖ ਮੈਨੂੰ ਮੇਰੀ ਦਾਦੀ ਵਰਗੇ ਲੱਗਦੇ ਉਹ ਕਾਵਾਂ ਨੂੰ ਚੂਰੀ ਪਾ ਰਿਹਾ ਹੈ, ਜਿਹੜੇ ਰੁੱਖਾਂ ਦੇ ਪੱਤੇ ਵਿਰਲੇ ਵਿਰਲੇ ਉਹ ਮੇਰੇ ਦਾਦੇ ਵਰਗੇ ਹੈ, ਇੱਕ ਮੇਰੀ ਪ੍ਰੇਮਿਕਾ ਵਰਗਾ ਰੁੱਖ ਹੈ ਜੋ ਮਿੱਠਾ ਅਤੇ ਦੁੱਖ ਦੇਣ ਵਾਲਾ ਹੈ। ਠੀਕ ਹੈ, ਉਹ ਵਿਆਖਿਆ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ। ਉਸ ਤੋਂ ਅੱਗੇ ਪੰਜਵਾਂ ਪ੍ਰਸ਼ਨ ਹੈ। ਪੰਜਵਾਂ ਪ੍ਰਸ਼ਨ ਕੀ ਹੈਗਾ ਕਿ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ, ਤੁਕ ਤੋਂ ਕੀ ਭਾਵ ਹੈ। ਤੁਕ ਦਾ ਮਤਲਬ ਹੁੰਦਾ ਲੈਣ। ਇਸ ਤੁਕ ਤੋਂ ਇਹ ਭਾਵ ਹੈ, ਕਵੀ ਕਹਿੰਦਾ ਕਿ ਜਿੱਥੇ ਮੇਰੇ ਹਾਣੀ ਟੁਰ ਗਏ, ਅਰਥਾਤ ਜਿੱਥੇ ਉਸ ਦੀ ਪਤਨੀ ਚਲੀ ਗਈ, ਭਾਵ ਉਸ ਦੀ ਪਤਨੀ ਮਰ ਗਈ ਹੈ, ਤਾਂ ਉਸ ਕੋਲ ਸ਼ਿਵ ਕੁਮਾਰ ਬਟਾਲਵੀ ਜਾਣ ਦੀ ਮੰਗ ਕਰਦਾ ਹੈ। ਤਾਂ ਇਹ ਸੀ ਇਹਦੇ ਪ੍ਰਸ਼ਨ ਉੱਤਰ। ਅਗਰ ਕਲਾਸ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਕੋਈ ਚੀਜ਼ ਅਗਰ ਨਹੀਂ ਸਮਝ ਆਉਂਦੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ।